ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਦੇ ਵਿੱਚ ਵਿਸ਼ਵ ਭਰ ਦੀਆਂ ਸੰਗਤਾਂ ਦਾ ਸਵਾਗਤ ਹੈ। ਸੰਗਤਾਂ ਜਾਣਦੀਆਂ ਨੇ ਕਿ ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਦੇ ਵਿੱਚ ਹਰ ਹਫਤੇ ਅਸੀਂ ਕਿਸੇ ਨਾ ਕਿਸੇ ਦਿਹਾੜੇ ਦੇ ਉੱਤੇ ਇਤਿਹਾਸ ਦੀ ਚਰਚਾ ਕਰਦੇ ਹਾਂ। ਸੋ ਅੱਜ ਵੀ ਅਸੀਂ ਵਿਸ਼ਵ ਭਰ ਦੇ ਵਿੱਚ ਮੀਰੀ ਪੀਰੀ ਦਿਵਸ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਉਸੇ ਦੇ ਸੰਬੰਧ ਦੇ ਵਿੱਚ ਸੰਗਤਾਂ ਨੂੰ ਯੂਥ ਨੂੰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੈਸਟ ਦੇ ਤੌਰ ਦੇ ਉੱਤੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਉਣਗੇ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਅਜਨਾਲਾ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਨੇ, ਕਥਾਵਾਚਕ ਨੇ। ਆਓ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਸੋ ਸਭ ਤੋਂ ਪਹਿਲਾਂ ਅੱਜ ਮੀਰੀ ਪੀਰੀ ਦਿਵਸ ਦੀਆਂ ਸਮੁੱਚੇ ਵਿਸ਼ਵ ਨੂੰ ਬਹੁਤ ਬਹੁਤ ਵਧਾਈਆਂ। ਤੇ ਮੇਰਾ ਪਹਿਲਾ ਸਵਾਲ ਭਾਈ ਸਾਹਿਬ ਨੂੰ ਕਿ ਮੀਰੀ ਪੀਰੀ ਦਾ ਕੀ ਅਰਥ ਹੈ ਜਾਂ ਕੀ ਭਾਵ ਹੈ? ਦੇਖੋ, ਮੀਰੀ ਤੇ ਪੀਰੀ ਸ਼ਬਦ ਜੀ ਫਾਰਸੀ ਭਾਸ਼ਾ ਦੇ ਵਿੱਚੋਂ ਆਏ ਹੈ। ਜੀ। ਮੀਰੀ ਸ਼ਬਦ ਅਮੀਰ ਤੋਂ ਬਣਿਆ। ਜੀ। ਅਮੀਰ ਦਾ ਅਰਥ ਹੁੰਦਾ ਤਾਕਤਵਰ, ਜੀ, ਜਿਹਦੇ ਕੋਲ ਜ਼ੋਰ ਹੈ, ਜਿਹਦੇ ਕੋਲ ਤਾਕਤ ਹੈ, ਜਿਹਦੇ ਕੋਲ ਰਾਜ ਹੈ। ਪੀਰੀ ਸ਼ਬਦ ਜਿਹੜਾ ਉਹ ਪੀਰ ਤੋਂ ਬਣਿਆ ਹੈ। ਪੀਰ ਦਾ ਅਰਥ ਹੁੰਦਾ ਧਾਰਮਿਕ ਗੁਰੂ, ਬਜ਼ੁਰਗ, ਜਿਹੜਾ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੈ। ਜੀ। ਇਹ ਦੋਨੋਂ ਹੀ ਸ਼ਬਦ ਜਿਹੜੇ ਹੈ ਉਹ ਪਾਵਨ ਗੁਰਬਾਣੀ ਵਿੱਚ ਵੀ ਵਰਤੇ ਗਏ ਆ। ਜੀ। ਜਿਵੇਂ ਪੀਰ ਸ਼ਬਦ ਦੀ ਗੱਲ ਕਰੀਏ ਤੇ ਜਿਹੜਾ ਸੱਚਮੁੱਚ ਧਰਮੀ ਬੰਦਾ ਹੈ ਉਹਦੇ ਵਾਸਤੇ ਵੀ ਪੀਰ ਸ਼ਬਦ ਵਰਤਿਆ ਹੈ। ਜੀ। ਔਰ ਜਿਹੜੇ ਗੁਰਬਾਣੀ ਦੇ ਵਿੱਚ ਅਖੌਤੀ ਲੋਕਾਂ ਦਾ ਜ਼ਿਕਰ ਕੀਤਾ, ਜਿਹੜੇ ਭਰਮਾਂ ਭੁਲੇਖਿਆਂ ਪਖੰਡਾਂ 'ਚ ਪਾਉਂਦੇ ਲੋਕਾਂ ਨੂੰ, ਤੇ ਉਹਨਾਂ ਨੂੰ ਵੀ ਪੀਰ ਸ਼ਬਦ ਦੇ ਨਾਲ ਹੀ ਵਰਤੋਂ ਕੀਤੀ ਹੈ। ਜੀ ਜੀ ਜੀ। ਇੱਕ ਮੁਬਾਰਕ ਪੰਕਤੀ ਹੈ, ਗੁਰ ਪੀਰ ਸਦਾਏ ਜੀ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਜੀ। ਇੱਥੇ ਗੱਲ ਕੀਤੀ ਜਿਹੜੇ ਅਖੌਤੀ ਧਾਰਮਿਕ ਜਿਨ੍ਹਾਂ ਕੇਵਲ ਪਹਿਰਾਵਾ ਪਹਿਨਿਆ। ਜੀ ਜੀ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਵਾਸਤੇ ਵੀ ਪੀਰ ਸ਼ਬਦ ਵਰਤਿਆ। ਜੀ। ਜ਼ਾਹਰ ਪੀਰ ਜਗਤ ਗੁਰ ਬਾਬਾ, ਵੀ ਗੁਰੂ ਨਾਨਕ ਸਾਹਿਬ ਜੀ ਨੂੰ ਪੀਰ ਕਿਹਾ। ਜੀ। ਭਾਈ ਗੁਰਦਾਸ ਸਾਹਿਬ ਜੀ ਨੇ 5 ਗੁਰੂ ਸਾਹਿਬਾਨ ਵਾਸਤੇ ਜਿਹੜਾ ਵਾ ਉਹ ਵੀ ਪੀਰ ਸ਼ਬਦ ਵਰਤਿਆ। ਆਪਾਂ ਉਹ ਪੜ੍ਹਦੇ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੇ। ਮਤਲਬ ਗੁਰੂ ਸਾਹਿਬਾਨ ਵਾਸਤੇ ਵੀ ਪੀਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਅਮੀਰ ਸ਼ਬਦ ਵੀ ਬਾਣੀ ਵਿੱਚ ਆਇਆ। ਮੀਰ ਤੇ ਪੀਰ ਦੋਵੇਂ ਇਕੱਠੇ ਵੀ ਆਏ ਆ। ਜੀ। ਜਦੋਂ ਬਾਬਰ ਹਮਲਾ ਕਰਨ ਵਾਸਤੇ ਆਇਆ ਤੇ ਭਾਰਤ ਦੇ ਜਿਹੜੇ ਲੋਕ ਸੀ ਉਹਨਾਂ ਨੇ ਦੇਖਿਆ ਕਿ ਆਪਾਂ ਕੀ ਕਰੀਏ, ਉਹਨਾਂ ਨੇ ਮੰਤਰ ਪੜ੍ਹਨੇ ਸ਼ੁਰੂ ਕਰਤੇ ਵੀ ਬਾਬਰ ਦੀਆਂ ਫੌਜਾਂ ਨਹੀਂ ਹੋ ਜਾਣਗੀਆਂ। ਜੀ। ਉੱਥੇ ਜਿਹੜਾ ਫਿਰ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਉੱਥੇ ਮੀਰ ਤੇ ਪੀਰ ਦੋਵਾਂ ਦਾ ਇਕੱਠਾ ਕੀਤਾ। ਜੀ। ਕੋਟੀ ਹੂੰ ਪੀਰ ਵਰਜ਼ ਰਹਾਏ ਜਾਂ ਮੀਰ ਸੁਣਿਆ ਤਾਇਆ। ਜੀ। ਕਰੋੜਾਂ ਪੀਰ ਮਨਾਏ ਜਦੋਂ ਪਤਾ ਲੱਗਾ ਮੀਰ ਆ ਰਿਹਾ। ਮੀਰ ਦਾ ਅਰਥ ਹੈ ਬਾਦਸ਼ਾਹ। ਜੀ। ਸੋ ਕਹਿ ਸਕਦੇ ਹਾਂ ਕਿ ਫਾਰਸੀ ਦੇ ਵਿੱਚੋਂ ਆਏ ਸ਼ਬਦ ਮੀਰ ਦਾ ਅਰਥ ਹੈ ਤਾਕਤਵਰ ਔਰ ਪੀਰ ਦਾ ਅਰਥ ਹੈ ਧਾਰਮਿਕ ਗੁਰੂ। ਜੀ। ਜਿਵੇਂ ਤੁਸੀਂ ਜ਼ਿਕਰ ਕੀਤੀ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਜਿਹੜਾ ਆ ਉਹ ਕੀਤਾ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਮੀਰੀ ਪੀਰੀ ਦੇ ਭਾਵ ਨੂੰ ਕਿਵੇਂ ਲਿਆ ਜਾਂਦਾ ਸੀ, ਕਿਵੇਂ ਦੇਖਿਆ ਜਾਂਦਾ ਸੀ, ਜਾਂ ਕਿਵੇਂ ਸੀ ਉਦੋਂ ਮੀਰੀ ਪੀਰੀ? ਦੇਖੋ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਇੱਥੇ 2 ਧਰਮਾਂ ਦੇ ਲੋਕ ਮੁੱਖ ਤੌਰ ਦੇ ਉੱਪਰ ਰਹਿੰਦੇ ਸੀ। ਜੀ। ਇੱਕ ਸੀ ਬਾਹਰੋਂ ਆਏ ਹਮਲਾਵਰ, ਉਹ ਸੀ ਮੁਗਲ, ਜੀ, ਜਿਨ੍ਹਾਂ ਨੂੰ ਇਸਲਾਮ ਨਾਲ ਸੰਬੰਧਿਤ ਮੁਸਲਮਾਨ ਕਹਿੰਦੇ। ਹਾਂਜੀ। ਉਹਨਾਂ ਦੇ ਕੋਲ ਬੇਹੱਦ ਤਾਕਤ ਸੀ। ਜੀ। ਉਹਨਾਂ ਦੇ ਕੋਲ ਫੌਜ ਹੈ, ਉਹਨਾਂ ਕੋਲ ਹਥਿਆਰ ਹੈ, ਉਹਨਾਂ ਕੋਲ ਤਾਕਤ ਹੈ। ਜੀ। ਪਰ ਉਹਨਾਂ ਦੀ ਜਿਹੜੀ ਤਾਕਤ ਸੀ, ਉਹਨਾਂ ਦੇ ਕੋਲ ਧਰਮ ਨਹੀਂ ਹੈਗਾ। ਉਹ ਧਰਮ ਤੋਂ ਹੀਣੇ ਹੋਣ ਕਰਕੇ ਉਹਨਾਂ ਦੀ ਤਾਕਤ ਜਿਹੜੀ ਉਹ ਜ਼ਾਲਮ ਬਣ ਗਈ ਸੀ। ਉਹਨਾਂ ਦੇ ਅੱਗੇ ਤੇ ਉਹਨਾਂ ਨੇ ਤਲਵਾਰ ਰੱਖੀ ਸੀ। ਜੇ ਕੋਈ ਉਹਨਾਂ ਦੀ ਗੱਲ ਮੰਨਦਾ ਠੀਕ ਹੈ, ਨਹੀਂ ਮੰਨਦਾ ਤੇ ਮੌਤ ਦੇ ਘਾਟ ਉਤਾਰ ਦਿੰਦੇ। ਉਹਨਾਂ ਦੀ ਤਾਕਤ ਦੁਨੀਆ ਦੇ ਵਿੱਚ ਜ਼ਾਲਮ ਬਣ ਚੁੱਕੀ ਸੀ। ਦੂਸਰੇ ਸੀ ਉਹ ਭਾਰਤ ਦੇ ਲੋਕ, ਜਿਨ੍ਹਾਂ ਕੋਲ ਤਾਕਤ ਨਹੀਂ ਸੀ ਹੈਗੀ, ਪਰ ਇਹ ਕਹਿੰਦੇ ਸੀ ਅਸੀਂ ਧਾਰਮਿਕ ਆ। ਧਰਮ ਦੀ ਗੱਲ ਕਰਦਿਆਂ ਉਹ ਤਾਕਤਵਰ ਆਉਂਦੇ, ਲੁੱਟ ਕੇ ਸਾਰਾ ਕੁਝ ਲੈ ਜਾਂਦੇ। ਤੇ ਇੱਥੋਂ ਦੇ ਧਾਰਮਿਕ ਕਹਿੰਦੇ ਜਿਨ ਕੇ ਬਾਗੋਂ ਮੇਂ ਜੇ ਲਿਖਾ ਹੋਇਆ ਹੈ, ਵੀ ਇਹਨਾਂ ਦੇ ਤੇ ਕਰਮਾਂ 'ਚ ਇੱਦਾਂ ਲਿਖਿਆ। ਜਿਹੜੇ ਲੋਕਾਂ ਦੇ ਕੋਲ ਤਾਕਤ ਨਹੀਂ ਸੀ ਹੈਗੀ, ਕੇਵਲ ਧਰਮ ਦੀ ਗੱਲ ਕਰਦੇ ਸੀ, ਉਹ ਵੀ ਕਾਇਰ ਬਣ ਚੁੱਕੇ ਸੀ, ਬੁੱਝਦਿਲ ਬਣ ਚੁੱਕੇ ਸੀ, ਅਣਖ ਤੋਂ ਹੀਣੇ ਹੋ ਚੁੱਕੇ ਸੀ। ਗੁਰੂ ਨਾਨਕ ਸਾਹਿਬ ਦੇ ਘਰ ਤੋਂ ਪਹਿਲਾਂ ਜਿਹੜੀ ਗੱਲ ਹੈ ਕਿ ਰਾਜ ਜਿਹੜਾ ਮੀਰ ਹੈ ਉਹ ਧਰਮ ਤੋਂ ਬਿਨਾਂ ਹੈ, ਤੇ ਜਿਹੜਾ ਧਾਰਮਿਕ ਖਵਾਉਣ ਵਾਲਾ ਉਹ ਤਾਕਤ ਤੋਂ ਬਿਨਾਂ ਹੈ। ਇਸ ਕਰਕੇ ਤਾਕਤ ਤੋਂ ਬਿਨਾਂ ਧਰਮ ਕਾਇਰ ਬਣ ਚੁੱਕਾ ਸੀ, ਤੇ ਮੀਰੀ ਜਿਹੜੀ ਹੈ ਉਹ ਧਰਮ ਤੋਂ ਬਿਨਾਂ ਜ਼ਾਲਮ ਬਣ ਚੁੱਕੀ ਸੀ। ਜੀ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਨੂੰ ਜਿਹੜਾ ਆ ਉਹ ਪ੍ਰਗਟ ਕੀਤਾ, ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ
ਮੀਰੀ ਪੀਰੀ ਜਿਹੜੀ ਆ ਉਹ ਕੀ ਸੀਗੀ ਪਹਿਲਾਂ? ਗੁਰੂ ਨਾਨਕ ਸਾਹਿਬ ਜੀ ਨੇ ਹੀ ਮੀਰੀ ਪੀਰੀ ਦੀ ਰਮਤਾ ਕਰ ਦਿੱਤੀ ਸੀ ਜੀ। ਜਦੋਂ ਗੁਰੂ ਨਾਨਕ ਸਾਹਿਬ ਧਾਰਮਿਕ ਲੋਕਾਂ ਨੂੰ ਕਹਿੰਦੇ ਐ ਵੀ ਤੁਸੀਂ ਭਟਕ ਚੁੱਕੇ ਹੋ, ਤੁਸੀਂ ਲੋਕਾਂ ਨੂੰ ਭਰਮਾਂ 'ਚ ਪਾ ਕੇ ਲੁੱਟ ਰਹੇ ਹੋ, ਜਦੋਂ ਗੁਰੂ ਨਾਨਕ ਸਾਹਿਬ ਦੀ ਫਟਕਾਰ ਧਾਰਮਿਕ ਲੋਕਾਂ ਨੂੰ ਲੱਗਦੀ ਹੈ ਉਦੋਂ ਗੁਰੂ ਨਾਨਕ ਸਾਹਿਬ ਧਰਮ ਦੀ ਗੱਲ ਕਰ ਰਹੇ ਸੀ। ਜੀ ਜੀ ਜੀ। ਜਦੋਂ ਗੁਰੂ ਨਾਨਕ ਸਾਹਿਬ ਬਾਬਰ ਵਰਗਿਆਂ ਨੂੰ ਕਹਿੰਦੇ ਨੇ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾ ਲੋ, ਉਹ ਰਾਜ ਦੀ ਗੱਲ ਹੋ ਰਹੀ ਹੈ। ਉੱਥੇ ਰਾਜਨੀਤਿਕ ਦੇ ਬਾਦਸ਼ਾਹ ਦੇ ਸਾਹਮਣੇ ਗੱਲ, ਉਹ ਰਾਜ ਦੀ ਗੱਲ, ਉਹ ਮੀਰੀ ਦੀ ਗੱਲ ਹੈ। ਜਦੋਂ ਗੁਰੂ ਨਾਨਕ ਸਾਹਿਬ ਰਾਜਿਆਂ ਨੂੰ ਵੰਗਾਰ ਕੇ ਕਹਿੰਦੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ, ਉਹ ਰਾਜ ਦੀ ਗੱਲ ਹੋ ਰਹੀ ਹੈ। ਜਦੋਂ ਗੁਰੂ ਨਾਨਕ ਸਾਹਿਬ ਦੀ ਫਟਕਾਰ ਜਿਹੜੀ ਹੈ ਉਹ ਧਾਰਮਿਕ ਬੰਦਿਆਂ ਨੂੰ ਹੈ, ਉਦੋਂ ਧਰਮ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਕਰ ਰਹੇ। ਜਦੋਂ ਰਾਜਨੀਤਿਕ ਆਗੂਆਂ ਨੂੰ ਕਰ ਰਹੇ ਹੈ ਉਦੋਂ ਸਤਿਗੁਰੂ ਮੀਰੀ ਦੀ ਗੱਲ ਕਰ ਰਹੇ। ਔਰ ਤਾਂ ਹੀ ਭੱਟ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਕਿਹਾ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕੱਲੇ ਧਾਰਮਿਕ ਵੀ ਨਹੀਂ, ਕੱਲੇ ਰਾਜੇ ਵੀ ਨਹੀਂ, ਉਹ ਰਾਜੇ ਵੀ ਹੈ, ਉਹ ਧਾਰਮਿਕ ਵੀ ਹੈ। ਸਤਿਗੁਰੂ ਦੀ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦਿਆਂ ਭੱਟਾਂ ਨੇ ਕਿਹਾ ਕਬ ਕੱਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਗੁਰੂ ਨਾਨਕ ਸਾਹਿਬ ਨੇ ਰਾਜ ਵੀ ਮਾਣਿਆ, ਗੁਰੂ ਨਾਨਕ ਸਾਹਿਬ ਨੇ ਜੋਗ ਵੀ ਮਾਣਿਆ। ਐਸੀ ਪੰਕਤੀ ਭੱਟਾਂ ਨੇ ਗੁਰੂ ਰਾਮਦਾਸ ਦੇ ਪ੍ਰਥਾਏ ਵੀ ਕਹੀ ਹੈ ਕਿ ਰਾਜ ਜੋਗ ਤਖਤ ਦੀਣ ਗੁਰੂ ਰਾਮਦਾਸ, ਵੀ ਰਾਜ ਵੀ ਹੈ ਤੇ ਜੋਗ ਵੀ ਹੈ, ਦੋਵੇਂ ਤਖਤ ਜਿਹੜੇ ਉਹ ਗੁਰੂ ਰਾਮਦਾਸ ਜੀ ਨੂੰ ਦਿੱਤੇ ਗਏ। ਤੋ 5 ਜਾਮਿਆਂ ਤੱਕ ਗੁਰੂ ਨਾਨਕ ਸਾਹਿਬ ਦੇ ਘਰ ਨੇ ਗੁਰੂ ਅਰਜਨ ਸਾਹਿਬ ਜੀ ਤੱਕ ਕੇਵਲ ਧਰਮ ਦੀ ਗੱਲ ਕੀਤੀ, ਜਿੱਥੇ ਲੋੜ ਪਈ ਰਾਜ ਦੀ ਗੱਲ ਕੀਤੀ, ਪਰ ਪ੍ਰਗਟ ਤੌਰ ਦੇ ਉੱਪਰ ਸ਼ਸਤਰ ਲੈ ਕੇ ਜੰਗ ਦੇ ਮੈਦਾਨ ਵਿੱਚ ਨਹੀਂ ਗਏ। ਸਿੱਖਾਂ ਨੇ ਸਵਾਲ ਵੀ ਕੀਤਾ ਸੀ ਇੱਕ ਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਆ ਚੜ ਕੇ ਆ ਜਾਂਦਾ ਕਦੇ ਸੁਲਹੀ ਖਾਂ ਕਦੇ ਸੁਬਹੀ ਖਾਂ ਤੇ ਫਾੜੀ ਲੈਣੇ ਸ਼ਸਤਰ। ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਫੜਾਂਗੇ, ਅਜੇ ਸਮਾਂ ਨਹੀਂ ਆਇਆ। ਤੋ ਗੁਰੂ ਅਰਜਨ ਸਾਹਿਬ ਜੀ ਦੇ ਤੱਕ ਜਿਹੜੀ ਮੀਰੀ ਹੈ ਬਿਲਕੁਲ ਸ਼ਾਂਤਮਈ ਸੀ, ਕੇਵਲ ਪੀਰੀ ਦੀ ਗੱਲ ਹੁੰਦੀ ਸੀ। ਜੀ ਜੀ ਜੀ। ਤੇ ਫਿਰ ਸ਼ਸਤਰ ਧਾਰਨ ਕਰਨ ਦਾ ਕਾਰਨ ਜਿਹੜਾ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਸ਼ਸਤਰ ਧਾਰਨ ਕੀਤੇ, ਉਹ ਕੀ ਕਾਰਨ ਬਣੇ ਕਿ ਸ਼ਸਤਰ ਧਾਰਨ ਜਿਹੜੇ ਆ ਉਹ ਕਰਨੇ ਪਏ? ਅਤੇ ਖਾਸ ਤੌਰ ਤੇ ਮੀਰੀ ਪੀਰੀ ਦੀ ਗੱਲ ਕਰਦੇ ਪਏ ਕਿ 2 ਕਿਰਪਾਨਾਂ ਕਹਿੰਦੇ ਪਹਿਨੀਆਂ ਗੁਰੂ ਸਾਹਿਬ ਨੇ। ਗੁਰੂ ਅਰਜਨ ਸਾਹਿਬ ਜੀ ਦੀ ਦੂਰ ਅੰਦੇਸ਼ੀ ਨੇ ਪਹਿਲਾਂ ਹੀ ਪਹਿਚਾਨ ਲਿਆ ਸੀ ਕਿ ਸਮਾਂ ਕੈਸਾ ਆਉਣ ਵਾਲਾ ਹੈ। ਇਸ ਕਰਕੇ ਪਹਿਲਾਂ ਹੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਪੁੱਤਰ ਨੂੰ ਘੋੜ ਸਵਾਰੀ ਸ਼ਸਤਰ ਵਿਦਿਆ ਪਹਿਲਾਂ ਹੀ ਸਿਖਾਉਣੀ ਜਿਹੜੀ ਉਹ ਆਰੰਭ ਕਰ ਦਿੱਤੀ ਸੀ। ਇਤਿਹਾਸ ਦੇ ਮੁਤਾਬਕ 64 ਪ੍ਰਕਾਰ ਦੀ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਤੀ ਗਈ ਸੀ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਦੇ ਵਿੱਚ ਸ਼ਹੀਦ ਹੋ ਜਾਂਦੇ ਹੈ ਔਰ ਬਿਨਾਂ ਕਿਸੇ ਕਾਰਨ ਇੱਕ ਧਰਮੀ ਬੰਦੇ ਨੂੰ ਪਕੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਵੈਸੇ ਇਤਿਹਾਸ ਦੀ ਗੱਲ ਕਰੀਏ, ਜੇ ਦੁਨੀਆ ਦੀ ਗੱਲ ਕਰੀਏ ਤੇ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਵੀ ਕੁਝ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਹੈ। ਮਿਸਾਲ ਦੇ ਤੌਰ ਤੇ ਮਹਾਤਮਾ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਦੇਣਾ, ਮਨਸੂਰ ਨੂੰ ਸੂਲੀ ਤੇ ਚਾੜ ਦੇਣਾ। ਪਰ ਜਦੋਂ ਸੁਕਰਾਤ ਸ਼ਹੀਦ ਹੋ ਜਾਂਦਾ ਹੈ, ਮਨਸੂਰ ਸ਼ਹੀਦ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਇਤਿਹਾਸ ਦਾ ਪੰਨਾ ਉੱਥੇ ਬੰਦ ਹੋ ਜਾਂਦਾ ਹੈ, ਕੋਈ ਨਹੀਂ ਪੰਨਾ ਤੁਰਦਾ। ਇਦਾਂ ਹੀ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਹੋ ਗਏ। ਨਜਾਇਜ਼ ਤੌਰ ਦੇ ਉੱਪਰ ਇਹ ਸਮੇਂ ਦੀਆਂ ਹਕੂਮਤਾਂ ਨੇ ਮਹਾਤਮਾ ਸੁਕਰਾਤ ਮਨਸੂਰ ਜੀ ਵਰਗਿਆਂ ਨੂੰ ਸ਼ਹੀਦ ਕੀਤਾ। ਨਜਾਇਜ਼ ਤੌਰ ਦੇ ਉੱਪਰ ਸਮੇਂ ਦੀ ਹਕੂਮਤ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ। ਪਰ ਗੁਰੂ ਨਾਨਕ ਦੇ ਘਰ ਦੀ ਗੱਲ ਇਹ ਵਿਲੱਖਣ ਸੀ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇੱਕ ਨਵਾਂ ਜਨਮ ਹੁੰਦਾ ਹੈ, ਉਹ ਮੀਰੀ ਦਾ ਹੁੰਦਾ ਹੈ। ਫਿਰ ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਪਹਿਲੇ ਸਮੇਂ ਦੀ ਹਕੂਮਤ ਨੂੰ ਕਹਿਤਾ ਸੀ ਵੀ ਤੁਸੀਂ ਤੱਤੀ ਤਵੀ ਤੇ ਬਿਠਾ ਕੇ ਅੱਗ ਬਾਲ ਕੇ ਮੇਰੀ ਆਵਾਜ਼ ਦਬਾਉਣਾ ਚਾਹੁੰਦੇ ਹੋ, ਇਹ ਆਵਾਜ਼ दबाई नहीं जा सकती, मेरी सदा को दबाना तो मुमकिन है, मगर बदलते वक्त की रफ्तार कौन रोकेगा, फसीले आतशो आहन बहुत बुलंद सही, मगर हयात की ललकार कौन रोकेगा, मेरे ख्यालों की परवाज को रोकने वालों मेरे हरगोबिंद की तलवार कौन रोकेगा, रोक सकोगे। और गुरु अर्जन साहब शहीद हो गए, गुरु हरगोबिंद साहब गुरता गद्दी ते शोभायमान होए। जिथे अगे सेली टोपी पहनी जाती सी उत्थे गुरु हरगोबिंद साहब ने दस्तार सजा ली, दस्तार सजा के उपर सोहनी कलगी ला ली। गुरु हरगोबिंद साहब जी ने फिर श्री अकाल तख्त साहब की सिरजना की, एक थड़े के रूप में पहला तख्त बनाया गया। पहली इट गुरु हरगोबिंद साहब जी ने रखी, मगर बाबा बुढ़ा साहब ते भाई गुरदास साहब जी ने उस थड़े की उसारी करवाई, जिहदी लंबाई जिहड़ी 14 फुट सी, चौड़ाई 8 फुट ते उचाई 7 फुट। पहला अकाल तख्त साहब केवल एक थड़े के रूप में, मिसलों के समय तो बाद उहदे उपर इमारत बनाई गई। और गुरु हरगोबिंद साहब जी फिर उस उन्होंने काल बुंगा कहा जाता सी, उस तख्त साहब के उपर शोभायमान हो जाते। उन्होंने अपने पिठ के उपर ढाल बन ली,
ਤੀਰਾਂ ਵਾਲਾ ਭੱਥਾ ਪਾ ਲਿਆ, ਜੀ ਹੱਥ 'ਚ ਧੁਨਸ਼ ਫੜ ਲਿਆ। ਜੀ ਬਾਬਾ ਬੁੱਢਾ ਸਾਹਿਬ ਜੀ ਨੇ 2 ਤੇਗਾਂ ਧਾਰਨ ਕਰਵਾਈਆਂ, ਮੇਰੀ ਦੀ ਪੀਰੀ ਦੀ, ਧਰਮ ਦੀ, ਰਾਜ ਦੀ, ਤਾਕਤ ਦੀ ਤੇ ਧਰਮ ਦੀ। 2 ਤੇਗਾਂ ਧਾਰਨ ਕਰਵਾਈਆਂ। ਫਿਰ ਗੁਰੂ ਹਰਗੋਬਿੰਦ ਸਾਹਿਬ ਕਾਲ ਬੁੰਗੇ ਦੇ ਉੱਪਰ ਬੈਠ ਕੇ, ਯਾਨੀ ਕਿ ਤਖਤ ਸਾਹਿਬ ਤੇ ਬੈਠ ਕੇ, ਸਾਹਮਣੇ ਸਿੱਖ ਜਿਹੜੇ ਫਰਿਆਦਾਂ ਲੈ ਕੇ ਆਉਂਦੇ, ਫਰਿਆਦਾਂ ਦਾ ਹੱਲ ਵੀ ਕਰਦੇ। ਸਾਹਮਣੇ ਸਿੱਖ ਕੁਸ਼ਤੀਆਂ ਖੇਡਦੇ, ਸ਼ਿਕਾਰ ਖੇਡਣ ਵਾਸਤੇ ਜਾਂਦੇ। ਔਰ ਹੁਕਮ ਜਾਰੀ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਹੁਕਮ ਕੀ ਜਾਰੀ ਕੀਤਾ? ਕਹਿੰਦੇ ਸਿੱਖੋ ਹੁਣ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਓ, ਹੁਣ ਵਧੀਆ ਤੋਂ ਵਧੀਆ ਘੋੜੇ ਲੈ ਕੇ ਆਓ, ਹੁਣ ਆਪਣੀਆਂ ਜਵਾਨੀਆਂ ਲੈ ਕੇ ਆਓ। ਜੇ ਸਮੇਂ ਦੀ ਹਕੂਮਤ ਸਾਨੂੰ ਸ਼ਹੀਦੀ ਦੇਣ ਤੋਂ ਬਾਅਦ ਵੀ ਟਿਕਣ ਨਹੀਂ ਦਿੰਦੀ ਤੇ ਫਿਰ ਹੁਣ ਟੱਕਰ ਲਈ ਜਾਏਗੀ। ਔਰ ਸੱਚਮੁੱਚ ਸਿੱਖ ਆਏ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 4 ਜੰਗਾਂ ਜਿਹੜੀਆਂ ਉਹ ਲੜਨੀਆਂ ਪਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਪੀਰੀ ਨੂੰ ਪ੍ਰਗਟ ਕੀਤਾ ਹੈ। ਮੇਰੀ ਪੀਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਆਰੰਭ ਹੋ ਗਈ ਸੀ। ਜੀ ਜਿਵੇਂ ਆਪ ਜੀ ਜ਼ਿਕਰ ਕਰ ਰਹੇ ਹੋ ਕਿ ਗੁਰੂ ਸਾਹਿਬ ਨੇ ਜੰਗਾਂ ਦੇ ਵਿੱਚ ਜਿਹੜਾ ਜੰਗਾਂ ਲੜੀਆਂ ਜਾਂ ਯੁੱਧ ਕੀਤੇ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਯੁੱਧ ਕੀਤੇ। ਪਰ ਗੱਲ ਕਰੀਏ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਪਹੁੰਚਣ ਦੀ, ਤਾਂ ਵਿਚਲੇ ਜਿਹੜੇ 3 ਗੁਰੂ ਸਨ ਉਹਨਾਂ ਦੇ ਸਮੇਂ ਦੇ ਵਿੱਚ ਮੇਰੀ ਪੀਰੀ ਕਿਵੇਂ ਸੀ, ਉਸ ਨੂੰ ਕਿਵੇਂ ਦੇਖਿਆ ਜਾਂਦਾ ਸੀ, ਜਾਂ ਗੁਰੂ ਸਾਹਿਬਾਨ ਨੇ ਮੇਰੀ ਪੀਰੀ ਉਸ ਸਮੇਂ ਕਿਵੇਂ ਵਰਤੀ, ਜਾਂ ਕਿਵੇਂ ਇਹਦਾ ਜ਼ਿਕਰ ਜਿਹੜਾ ਆਉਂਦਾ ਹੈ? ਦੇਖੋ ਇਸ ਤਰ੍ਹਾਂ ਹੈ, ਸ਼ਸਤਰ ਹੁੰਦਾ ਜੀ, ਕਾਚੂ ਹੁੰਦਾ ਜੀ, ਕਰਦ ਵੀ ਕਰਦਾ ਜੀ। ਕਾਚੂ ਦਾ ਕੰਮ ਕੱਟਣਾ ਹੈ, ਉਹਨੇ ਕੱਟ ਦੇਣਾ। ਕੈਂਚੀ ਦਾ ਕੰਮ ਕੱਟਣਾ, ਉਹਨੇ ਕੱਟ ਦੇਣਾ ਜੀ। ਵਿਦਵਾਨ ਪੁਰਸ਼ ਕਹਿੰਦੇ ਵੀ ਜੇ ਉਹ ਕਰਦ, ਜੇ ਉਹ ਕੈਂਚੀ ਡਾਕੂ ਦੇ ਹੱਥ 'ਚ ਹੈ, ਜੀ, ਕਿਸੇ ਨੂੰ ਮਾਰ ਦੇਗੀ, ਕਿਸੇ ਦਾ ਜੀਵਨ ਬਰਬਾਦ ਕਰ ਦੇਗੀ। ਉਹੀ ਕੈਂਚੀ, ਉਹੀ ਕਰਦ ਡਾਕਟਰ ਦੇ ਹੱਥ 'ਚ ਆ ਜੇ, ਜੀ, ਉਹ ਮਾਰੇਗੀ ਨਹੀਂ, ਉਹ ਕਿਸੇ ਨੂੰ ਬਚਾਏਗੀ, ਕਿਸੇ ਨੂੰ ਜੀਵਨ ਦੇ ਦੇਗੀ। ਇਦਾਂ ਹੀ ਸ਼ਸਤਰ ਹੈ। ਜਿਹੜੇ ਸ਼ਸਤਰ ਜ਼ਾਲਮਾਂ ਦੇ ਹੱਥ ਵਿੱਚ ਸੀ ਉਹ ਲੋਕਾਂ ਦੇ ਮਾਰਨ ਵਾਸਤੇ ਸੀ, ਜਿਹੜੇ ਸ਼ਸਤਰ ਗੁਰੂ ਘਰ ਦੇ ਵਿੱਚ ਆ ਗਏ ਉਹ ਲੋਕਾਂ ਨੂੰ ਜੀਵਨ ਦੇਣ ਵਾਸਤੇ ਸੀ, ਉਹ ਕਿਸੇ ਤੇ ਉੱਪਰ ਜ਼ੁਲਮ ਕਰਨ ਵਾਸਤੇ ਨਹੀਂ। ਅਗਲੀ ਗੱਲ ਹੈ ਜੀ, ਦੁਨੀਆ ਦੇ ਵਿੱਚ ਅੱਜ ਤੱਕ ਦੀਆਂ ਜਿੰਨੀਆਂ ਲੜਾਈਆਂ ਹੋਈਆਂ ਉਹਨਾਂ ਦਾ 3 ਹੀ ਕਾਰਨ ਹੈ ਜੀ, ਜਰ ਜੋਰੂ ਤੇ ਜ਼ਮੀਨ। ਜੀ, ਜਾਂ ਇਸਤਰੀ ਦੇ ਵਾਸਤੇ ਲੜੇ ਹੈ, ਮਹਾਭਾਰਤ ਰਾਮਾਇਣ ਐਡੇ ਵੱਡੇ ਗ੍ਰੰਥ ਲਿਖੇ ਗਏ, ਵੱਡੀਆਂ ਜੰਗਾਂ ਹੋਈਆਂ ਇਸਤਰੀ ਦੇ ਕਾਰਨ ਹੋਈਆਂ, ਜ਼ਰ ਜ਼ੋਰੂ ਤੇ ਜ਼ਮੀਨ ਵਾਸਤੇ ਹੋਈਆਂ, ਜਾਂ ਫਿਰ ਜ਼ਮੀਨ ਦੀ ਖਾਤਰ ਜਾਂ ਰਾਜ ਦੀ ਖਾਤਰ, ਇੱਕ ਦੂਜੇ ਕੋਲੋਂ ਖੋਹਣ ਦੀ ਖਾਤਰ। ਲੇਕਿਨ ਇਹ ਗੁਰੂ ਨਾਨਕ ਦੇ ਘਰ ਦੀ ਬੜੀ ਵਿਲੱਖਣ ਗੱਲ ਹੈ, ਨਾ ਲੜਾਈ ਜ਼ਮੀਨ ਵਾਸਤੇ, ਨਾ ਕੋਈ ਰਾਜ ਭਾਗ ਵਾਸਤੇ, ਤੇ ਨਾ ਕਿਸੇ ਇਸਤਰੀ ਵਾਸਤੇ। ਇਦਾਂ ਦਾ ਤੇ ਕਾਰਨ ਹੀ ਕੋਈ ਨਹੀਂ। ਉਹ ਜੰਗ ਜਿਹੜੀ ਆ ਉਹ ਧਰਮ ਦੇ ਵਾਸਤੇ। ਗੁਰੂ ਹਰਿਰਾਏ ਸਾਹਿਬ ਜੀ ਨੇ 2200 ਘੋੜ ਸਵਾਰ ਰੱਖੇ ਆਪਣੇ ਨਾਲ, ਬਿਲਕੁਲ ਉਦਾਂ ਸ਼ਸਤਰ ਰੱਖੇ, ਕਿਤੇ ਹਮਲਾ ਨਹੀਂ ਕੀਤਾ, ਕਿਤੇ ਕਿਸੇ ਨੂੰ ਦੇ ਉੱਪਰ ਨਜਾਇਜ਼ ਤੌਰ ਦੇ ਉੱਪਰ ਹਮਲਾ ਕਰਕੇ ਕਿਸੇ ਨੂੰ ਮਾਰਿਆ ਨਹੀਂ, ਬਲਕਿ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਕਿਸੇ ਤੇ ਹਮਲਾ ਨਹੀਂ ਕੀਤਾ। ਜਿਹੜਾ ਚੜ ਕੇ ਆ ਗਿਆ ਉਹਨੂੰ ਨਹੀਂ ਛੱਡਿਆ, ਜਿਹੜਾ ਆਪ ਚੜ੍ਹਾਈ ਕਰਕੇ ਆਇਆ ਉਹਦੇ ਵਾਸਤੇ ਅੱਗੋਂ ਆਪਣੀ ਸੁਰੱਖਿਆ ਵਾਸਤੇ ਲੜੇ ਨੇ, ਬਲਕਿ ਕਿਸੇ ਤੇ ਹਮਲਾ ਨਹੀਂ ਕੀਤਾ। ਇਦਾਂ ਹੀ ਗੁਰੂ ਹਰਿਰਾਏ ਸਾਹਿਬ ਜੀ ਨੇ 2200 ਘੋੜ ਸਵਾਰ ਰੱਖੇ, ਲੇਕਿਨ ਕਿਸੇ ਤੇ ਹਮਲਾ ਨਹੀਂ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸ਼ਸਤਰਧਾਰੀ ਸਨ। ਆਪਾਂ ਜਾਣਦੇ ਹਾਂ ਕਿ ਜਦੋਂ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਹੁੰਦੀ ਹੈ, ਉਹਦੇ ਵਿੱਚ ਮਤਲਬ ਬੜੇ ਜ਼ੋਰ ਦੀ ਤੇਗ ਚਲਾਉਂਦੇ ਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੂੰ ਤੇਗ ਦਾ ਧਣੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ 3 ਗੁਰੂ ਸਾਹਿਬਾਨ ਜਿਹੜੇ ਉਹ ਵੀ ਸ਼ਸਤਰਧਾਰੀ ਸੀ, ਉਹਨਾਂ ਕੋਲ ਵੀ ਮੇਰੀ ਪੀਰੀ ਹੈਗੀ ਸੀ। ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਵੇਂ ਮੇਰੀ ਪੀਰੀ ਨੂੰ ਇਕੱਠਿਆਂ ਕਰਕੇ ਤੇ ਇੱਕ ਸੰਤ ਸਿਪਾਹੀ ਦਾ ਰੂਪ ਜਿਹੜਾ ਆ ਉਹ ਦਿੱਤਾ? ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਕਹਿਤਾ ਸ਼ਸਤਰ ਰੱਖਣ ਵਾਸਤੇ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਨਗਾਰੇ ਵਜਾਉਣ ਦੀ ਗੱਲ ਕੀਤੀ, ਜਿਵੇਂ ਸ਼ਿਕਾਰ ਖੇਡਣ ਦੀ ਗੱਲ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਵੀ ਬਿਲਕੁਲ ਐਸਾ ਹੀ ਹੋਇਆ। ਐਸਾ ਹੀ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ, ਆਓ ਰਣਜੀਤ ਨਗਾਰਾ ਤਿਆਰ ਕੀਤਾ ਗਿਆ, ਸ਼ਿਕਾਰ ਖੇਡਣ ਵਾਸਤੇ ਚਲੇ ਗਏ, ਸਿੱਖਾਂ ਨੂੰ ਜਵਾਨੀਆਂ ਭੇਟ ਕਰਨ ਵਾਸਤੇ ਕਿਹਾ, ਸ਼ਸਤਰ ਧਾਰਨ ਕਰਨ ਵਾਸਤੇ ਕਿਹਾ, ਐਸਾ ਹੁੰਦਾ ਰਿਹਾ। ਫਿਰ ਇੱਕ ਸਮਾਂ ਆਇਆ, ਗੁਰੂ ਗੋਬਿੰਦ ਸਿੰਘ ਜੀ ਨੇ, ਦੇਖੋ 2 ਤਲਵਾਰਾਂ ਹੁੰਦੀਆਂ, ਦੋਵੇਂ ਤਿੱਖੀਆਂ ਹੁੰਦੀਆਂ, ਜਦੋਂ 2 ਤੇਗਾਂ ਨੂੰ ਇਦਾਂ ਮਿਲਾ ਦਿੰਦੇ ਤੇ ਉਹ ਖੰਡਾ ਬਣ ਜਾਂਦਾ। ਉਹਨੂੰ ਆਪਾਂ ਤਾਂ ਹੀ 2 ਧਾਰਾ ਖੰਡਾ ਕਹਿੰਦੇ। ਇੱਕ ਸਮਾਂ ਆਇਆ, ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਜਦੋਂ ਅੰਮ੍ਰਿਤ ਪਾਨ ਕਰਾਉਣ ਲੱਗੇ, ਬਾਟਾ ਵੀ ਰੱਖਿਆ, ਜਲ ਵੀ ਪਾਇਆ, ਮਾਤਾ ਜੀ ਨੇ ਪਤਾਸੇ ਵੀ ਪਾਏ, ਕਿਰਪਾਨ ਨੇ ਫੇਰਨੀ ਸ਼ੁਰੂ ਕੀਤੀ, ਉਹਦੇ ਵਿੱਚ ਖੰਡਾ ਫੇਰਨਾ ਸ਼ੁਰੂ ਕੀਤਾ। ਖੰਡਾ ਹੀ ਕਿਉਂ ਫੇਰਿਆ ਗਿਆ? ਕਿਉਂਕਿ ਮੇਰੀ ਤੇ ਪੀਰੀ ਨੂੰ ਇਕੱਠਿਆਂ ਕਰਤਾ। 2 ਤਲਵਾਰਾਂ ਇਕੱਠੀਆਂ ਕਰਾਂਗੇ ਤੇ ਉਹ ਖੰਡਾ ਬਣ ਜਾਂਦਾ। 2 ਧਾਰਾ ਮੇਰੀ ਤੇ ਪੀਰੀ ਵਾਲਾ ਖੰਡਾ ਫੇਰਿਆ। ਆਓ ਸਿੱਖੋ, ਤੁਹਾਨੂੰ ਧਰਮ ਵੀ ਦੇਣ ਲੱਗੇ ਆ, ਤੁਹਾਨੂੰ ਰਾਜ ਵੀ ਦੇਣ ਲੱਗੇ ਆ, ਤਾਕਤ ਦੀ ਗੱਲ ਵੀ ਕਰਨ ਲੱਗੇ ਆ, ਔਰ ਉਹ ਦੋਵਾਂ ਚੀਜ਼ਾਂ ਨੂੰ ਜੋੜ ਕੇ ਸਿੱਖਾਂ ਦੇ ਗਾਤਰੇ, ਕਿਰਪਾਨ ਤੇ ਸਾਬਤ ਸੂਰਤ ਬਣਾ ਕੇ ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਬਣਾਤਾ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਆਰੰਭ ਕੀਤਾ
ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਉਹਨੂੰ ਸੰਪੂਰਨ ਕੀਤਾ ਜੀ ਤੇ ਉਹ ਇੱਕ ਸੰਤ ਸਿਪਾਹੀ ਦੇ ਰੂਪ ਵਿੱਚ ਗਰੀਬ ਗੁਰਦੇ ਦੀ ਰੱਖਿਆ ਕਰਨ ਵਾਸਤੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਵੀ ਖਾਲਸੇ ਦੀ ਕੀ ਲੋੜ ਹੈ। ਉਹ ਕਹਿੰਦੇ ਇਸੇ ਵਾਸਤੇ ਹੈ, ਗਰੀਬ ਦੀ ਰੱਖਿਆ ਕਰਨ ਵਾਸਤੇ ਤੇ ਜਿਹੜਾ ਜ਼ਰਵਾਣਾ ਚੜ੍ਹ ਕੇ ਆਵੇ ਉਹਨੂੰ ਖਤਮ ਕਰਨ ਵਾਸਤੇ, ਉਹਦੇ ਨਾਲ ਟੱਕਰ ਲੈਣ ਵਾਸਤੇ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਵੀ ਸਿੱਖ ਦਾ ਕਰਮ ਕਿਦਾਂ ਦਾ ਹੁੰਦਾ ਜੀ। ਉਹ ਕਹਿੰਦੇ ਧੰਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੇ। ਆ ਮੇਰੀ ਪੀਰੀ ਦੀ ਗੱਲ ਇੱਕ ਪੰਕਤੀ 'ਚ ਜਿਹੜੀ ਸਮੇੜਦੀ, ਮੁਖ ਤੇ ਹਰ, ਜਦੋਂ ਮੂੰਹ ਤੋਂ ਵਾਹਿਗੁਰੂ ਕਹਿਣਾ, ਮੁਖ ਤੋਂ ਪ੍ਰਮਾਤਮਾ ਦਾ ਨਾਮ ਲੈਣਾ, ਉਹ ਧਰਮ ਦੀ ਗੱਲ ਹੈ। ਤੇ ਚਿੱਤ ਮੈਂ ਜੁੱਧ ਵਿਚਾਰੇ, ਅੰਦਰ ਜੁੱਧ ਦੀ ਗੱਲ ਹੈ, ਯਾਨੀ ਕਿ ਉਹ ਰਾਜ ਦੀ ਗੱਲ ਹੈ, ਉਹ ਤਾਕਤ ਦੀ ਗੱਲ ਹੈ। ਜੇ ਕੋਈ ਜਰਵਾਣਾ ਚੜ ਕੇ ਆ ਜੇ ਉਹਦੇ ਨਾਲ ਟੱਕਰ ਲੈਣ ਵਾਸਤੇ ਸ਼ਸਤਰ ਹੈ, ਤੇ ਜੇ ਉਦਾਂ ਹੈ ਤੇ ਉਹ ਸਿੱਖ ਦਾ ਕਰਮ ਹੈ, ਉਹ ਪ੍ਰਮਾਤਮਾ ਨੂੰ ਯਾਦ ਕਰਨਾ, ਉਹ ਧਰਮ ਦੀ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੈਸੇ ਸ਼ਸਤਰਾਂ ਦੀ ਬਹੁਤ ਸਾਰੀ ਵਡਿਆਈ ਕੀਤੀ। ਉਹਨਾਂ ਕਿਹਾ ਵੀ ਇਹ ਸ਼ਸਤਰ ਮੇਰੇ ਵਾਸਤੇ ਪੀਰ ਵੀ ਹੈ। ਜੇ ਤੁਸੀਂ ਸ਼ਾਂਤੀ ਰੱਖਣਾ ਚਾਹੁੰਦੇ ਹੋ, ਜੇ ਸੰਸਾਰ 'ਚ ਅਮਨ ਕਾਇਮ ਕਰਨਾ ਚਾਹੁੰਦੇ ਹੋ, ਉਹ ਸ਼ਸਤਰ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਕਹਿੰਦੇ ਅਗਲੀ ਗੱਲ, ਕਹਿੰਦੇ ਬਿਲਕੁਲ ਮਜਬੂਰੀ ਵਾਸਤੇ ਚੁੱਕੇ ਜਾਂਦੇ, ਜਦੋਂ ਜ਼ਾਲਮ ਹਟੇ ਹੀ ਨੇ ਜ਼ੁਲਮ ਕਰਨ, ਚੂਕਾਰ ਅਜ਼ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਸ ਸ਼ਮਸ਼ੀਰੇ ਦਸਤ। ਸਾਰੇ ਹੀਲੇ ਖਤਮ ਹੋਣ ਤੋਂ ਬਾਅਦ ਹੈ ਤੇ ਜਦੋਂ ਵਡਿਆਈ ਕੀਤੀ, ਉਦੋਂ ਉਹਨਾਂ ਕਿਹਾ ਹੱਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਤੀਰ ਸੈਫ ਸਰੋਹੀ ਸਹਿਥੀ ਜੈ ਹਮਾਰੇ ਪੀਰ। ਇਹਨਾਂ ਨੂੰ ਪੀਰ ਵੀ ਕਹਿਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਦਾ ਇੱਕ ਨਵਾਂ ਰੂਪ ਦਿੱਤਾ ਹੈ। ਜੀ 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 ਮੁਗਲ ਰਾਜ ਦੀ ਗੱਲ ਕਰੀਏ ਤਾਂ ਮੁਗਲ ਰਾਜ ਦੇ ਸਮੇਂ ਮੀਰੀ ਪੀਰੀ ਦੀ ਕੀ ਭੂਮਿਕਾ ਜਿਹੜੀ ਰਹੀ ਸੀਗੀ? ਜਦੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਏ, ਉਦੋਂ ਵੀ ਇੱਕ ਵਾਰ ਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕਹਿੰਦੇ ਵੀ ਕੁਝ ਲੋਕ ਇਕੱਠੇ ਹੋ ਕੇ ਆ ਗਏ ਵੀ ਉਹ ਮੁਗਲ ਨਾ ਮਤਲਬ ਉਹ ਸਾਡੇ ਤੇ ਧੱਕਾ ਕਰਕੇ ਖੋਹ ਕੇ ਲੈ ਗਏ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਤੁਸੀਂ ਕਿੰਨੇ ਸੀ? ਕਹਿੰਦੇ ਸੈਂਕੜਿਆਂ ਦੀ ਗਿਣਤੀ 'ਚ। ਕਹਿੰਦੇ ਉਹ ਕਿੰਨੇ ਸੀ? ਉਹ ਕਹਿੰਦੇ ਬੜੇ ਥੋੜੇ ਜਿਹੇ। ਕਹਿੰਦੇ ਫਿਰ ਮੇਰਾ ਜੀ ਕਰਦਾ ਪਹਿਲਾਂ ਸਜ਼ਾ ਤੁਹਾਨੂੰ ਦਿਆਂ। ਮਤਲਬ ਤੁਸੀਂ ਇੰਨੇ ਜਾਣੇ, ਤੁਹਾਡੇ ਕੋਲੋਂ ਥੋੜੇ ਜਿਹੇ ਬੰਦੇ ਖੋਹ ਕੇ ਲੈ ਗਏ, ਕਿੱਦਾਂ ਦੀ ਗੱਲ ਹੋਈ? ਆਪਣੀ ਰੱਖਿਆ ਦੇ ਵਾਸਤੇ ਤੁਸੀਂ ਨਹੀਂ ਯਤਨ ਕਰ ਸਕਦੇ? ਤੋ ਇਸ ਵਾਸਤੇ ਉਹ ਜਿਹੜਾ ਕਾਲ ਸੀ ਨਾ, ਸਮਾਂ ਸੀ, ਉਹਦੇ ਵਿੱਚ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਆਏ, ਇੱਥੋਂ ਸਾਰਾ ਕੁਝ ਚੁੱਕ ਕੇ ਲੈ ਗਏ। ਆਪਾਂ ਪੜ੍ਹਦੇ ਹਾਂ ਵੀ 2200 ਬੱਚੀਆਂ ਨੂੰ ਕੈਦ ਕਰਕੇ ਜਦੋਂ ਲਿਜਾ ਰਹੇ ਸੀ, ਤੇ ਸ਼ਾਇਦ 1763 ਦੇ ਵਿੱਚ ਜੱਸਾ ਸਿੰਘ ਆਹਲੂਵਾਲੀਏ ਦੇ ਸਾਹਮਣੇ ਆਣ ਕੇ ਉਹਨਾਂ ਫਰਿਆਦ ਕੀਤੀ ਵੀ ਦੇਖੋ ਇੱਜ਼ਤ ਲੁੱਟ ਕੇ ਲਿਜਾ ਰਹੇ ਆ। ਜੱਸਾ ਸਿੰਘ ਆਹਲੂਵਾਲੀਏ ਕਹਿੰਦੇ ਨਹੀਂ, ਇਦਾਂ ਨਹੀਂ ਹੋਏਗਾ, ਆਓ। ਉਹ ਫਿਰ ਜਦੋਂ ਅਬਦਾਲੀ ਦੀਆਂ ਫੌਜਾਂ ਦੇ ਉੱਪਰ ਹਮਲਾ ਕੀਤਾ, ਉਹਨਾਂ ਦੀਆਂ ਬੱਚੀਆਂ ਨੂੰ ਬਚਾ ਕੇ ਘਰੋਂ ਘਰੀ ਪਹੁੰਚਾਇਆ, ਉਹ ਇੱਕ ਮੀਰੀ ਪੀਰੀ ਦਾ ਸੰਕਲਪ ਸੀ ਜਿਹੜਾ ਦੁਨੀਆ ਦੇ ਵਿੱਚ ਦੱਸਿਆ ਗਿਆ, ਬੜਾ ਨਵੇਕਲਾ ਸੀ। ਜਦੋਂ ਕਸੂਰ ਦਾ ਬ੍ਰਾਹਮਣ ਆਇਆ, ਕਹਿੰਦਾ ਜੀ ਮੇਰੀ ਤੇ ਪਤਨੀ ਨੂੰ ਉਠਾ ਕੇ ਲੈ ਗਿਆ ਹੈ। ਹਾਲਾਂਕਿ ਸਿੱਖਾਂ ਨੇ ਸੋਚਿਆ ਵੀ ਕੀ ਕਰੀਏ, ਮਤਲਬ ਇਹ ਨਾ ਹੋਵੇ ਵੀ ਉਹਦੇ ਕੋਲ ਫੌਜ ਜ਼ਿਆਦੀ ਹੈ, ਉਹਦੇ ਕੋਲ ਤਾਕਤ ਜ਼ਿਆਦੀ ਹੈ, ਤੇ ਪਰ ਸਿੱਖਾਂ ਨੇ ਫਿਰ ਸੋਚ ਵਿਚਾਰ ਕਰਨ ਤੋਂ ਬਾਅਦ ਕਸੂਰ ਤੇ ਹਮਲਾ ਕਰਤਾ, ਫਤਿਹ ਕੀਤਾ, ਉਦੋਂ ਬਚਾ ਕੇ ਲਿਆਂਦਾ। ਸਿੱਖ ਦਾ ਕਰਮ ਹੀ ਕਿਸੇ ਨੂੰ ਬਚਾਉਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਸਵਾਲ ਕੀਤਾ ਕਿਸੇ ਫਕੀਰ ਨੇ ਵੀ ਆਹ ਕਿਉਂ? ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸ਼ਸਤਰ ਗਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ। ਇਹ ਹੈ ਹੀ ਗਰੀਬ ਦੀ ਰੱਖਿਆ ਕਰਨ ਵਾਸਤੇ, ਜਿਹੜਾ ਤਾਕਤਵਰ ਹੈ ਉਹਦਾ ਨਾਸ਼ ਕਰਨ ਵਾਸਤੇ। ਤੇ ਉਸ ਸਮੇਂ ਦੌਰਾਨ ਵੀ ਸਿੱਖਾਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ, ਭਾਵੇਂ ਜੰਗਲਾਂ 'ਚ ਰਹੇ, ਭਾਵੇਂ ਖਾਣ ਵਾਸਤੇ ਕੁਝ ਨਹੀਂ ਮਿਲਿਆ, ਤਾਂ ਵੀ ਪ੍ਰਚਲਿਤ ਸੀ ਕਿ ਮਤਲਬ ਜਿਹੜਾ ਸਿੱਖ ਨੇ ਹੈਨਾ, ਉਹ ਜਿਹੜੇ ਗਰੀਬ ਦੀ ਰੱਖਿਆ ਕਰਦੇ, ਉਹ ਮੁਗਲ ਹਾਕਮਾਂ ਨਾਲ ਟੱਕਰ ਲੈਂਦੇ। ਤੇ ਪ੍ਰਚਲਿਤ ਸੀ ਵੀ ਹੁਣ ਜੇ ਸਿੱਖ ਆ ਗਏ ਆ ਤੇ ਬੂਹੇ ਖੋਲਦੇ ਨਿਹੰਗ ਆ ਗਏ ਨਿਹੰਗ। ਉਹ ਪ੍ਰਚਲਿਤ ਸੀ ਨਾ ਵੀ ਹੁਣ ਤੁਸੀਂ ਖੋਲ ਦਿਓ ਦਰਵਾਜ਼ੇ, ਹੁਣ ਤੁਹਾਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਹੈ। ਸਿੱਖਾਂ ਦੀ ਮੀਰੀ ਪੀਰੀ ਦੀ ਉਹ ਭੂਮਿਕਾ ਸੀ। ਜੀ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਅਜੋਕੇ ਸਮੇਂ ਦੇ ਵਿੱਚ ਮੀਰੀ ਪੀਰੀ ਨੂੰ ਕਿਵੇਂ ਤੁਸੀਂ ਆਪਣੇ ਤੌਰ ਤੇ ਕਿਵੇਂ ਦੇਖ ਰਹੇ ਹੋ, ਜਾਂ ਕਿਵੇਂ ਦੇਖਿਆ ਜਾ ਰਿਹਾ ਹੈ? ਅੱਜ ਕੱਲ੍ਹ ਤਾਂ ਕਹਿੰਦੇ ਕਿ ਬੜੇ ਆਧੁਨਿਕ ਹਥਿਆਰ ਵੀ ਆ ਗਏ ਆ ਜੀ, ਕਿਰਪਾਨ ਦੀ ਜ਼ਰੂਰਤ ਜਿਹੜੀ ਆ ਉਹ ਘਟ ਗਈ ਹੈ, ਜਾਂ ਇਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਅਜੋਕੇ ਸਮੇਂ ਵਿੱਚ ਹੁੰਦੀਆਂ। ਦੇਖੋ ਇਸ ਤਰ੍ਹਾਂ ਹੈ ਕਿ ਆਪਾਂ ਸ਼ੁਰੂ ਇੱਥੋਂ ਕੀਤਾ ਸੀ ਜੀ। ਦੇਖੋ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕਿੱਡਾ ਪਿਆਰਾ ਹੈ ਜੀ। 5 ਜਾਮੇ ਤੱਕ ਧਰਮ ਸਿਖਾਇਆ, ਧਰਮ ਪੜਾਇਆ, ਗੁਰਬਾਣੀ ਪੜਾਈ, ਵਾਹਿਗੁਰੂ ਦਾ ਸਿਮਰਨ ਦੱਸਿਆ ਜੀ। 5 ਤੋਂ ਬਾਅਦ ਜਾ ਕੇ ਕਿਹਾ ਵੀ ਆ ਲੈ ਹੁਣ ਤੇਗ, ਹੁਣ ਲੜਨਾ ਵੀ ਹੈ। ਉਹਦਾ ਕਾਰਨ ਸੀ ਕਿ ਪਹਿਲਾਂ ਤੇਰੇ ਅੰਦਰ ਧਰਮ ਆਵੇ ਜੀ, ਫਿਰ ਤੇਰੇ ਕੋਲ ਸ਼ਸਤਰ ਹੋਣ, ਤੇ ਜਦੋਂ ਪਹਿਲਾਂ ਤੇਰੇ ਕੋਲ ਧਰਮ ਹੋਏਗਾ ਫਿਰ ਤੇਰੇ ਕੋਲ ਸ਼ਸਤਰ ਹੋਣਗੇ, ਤੂੰ ਰੱਖਿਆ ਕਰੇਗਾ। ਅਜੋਕੇ ਸਮੇਂ ਦੀ ਕੀ ਗੱਲ ਹੈ ਜੀ? ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਜੀ, ਇੱਕ ਪਾਸੇ ਈਸਾਈਅਤ ਹੈ, ਜਿਵੇਂ ਮੈਂ ਕਹਿ ਸਕਾਂ ਕਿ ਅਮਰੀਕਾ ਵਰਗੀਆਂ ਵੱਡੀਆਂ ਕੰਟਰੀਆਂ, ਦੂਜੇ ਪਾਸੇ ਇਸਲਾਮ ਹੈ, ਜਿਹਨੂੰ ਕਹਿ ਸਕੀਏ ਅਫਗਾਨਿਸਤਾਨ ਵਰਗੀਆਂ ਹੈਨਾ ਤਾਕਤਾਂ। ਤੂੰ ਕਿਵੇਂ ਲੜ ਰਹੀ ਹੈ? ਨਜਾਇਜ਼ ਤੌਰ ਦੇ ਉੱਪਰ। ਕੋਈ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਜਾਂਦਾ, ਉੱਥੇ ਧਮਾਕਾ ਹੋ ਜਾਂਦਾ।
ਕੋਈ ਖੜਾ ਖੜਾ ਇਦਾਂ ਹੀ ਗੋਲੀ ਚਲਾ ਦਿੰਦਾ। ਉਹ ਇਸ ਕਰਕੇ ਹੈ ਕਿ ਉਹ ਤਾਕਤ ਜਿਹੜੀ ਹੈ ਉਹ ਮੇਰੀ ਜਿਹੜੀ ਉਹ ਧਰਮ ਤੋਂ ਬਿਨਾਂ ਹੈ। ਜੇ ਉਹਦੇ ਵਿੱਚ ਧਰਮ ਹੋਵੇ ਤੇ ਉਹ ਇਦਾਂ ਨਾ ਕਰਨ, ਉਹ ਕਿਸੇ ਨੂੰ ਮਾਰਨ ਨਾ ਬਲਕਿ ਕਿਸੇ ਦੀ ਰੱਖਿਆ ਕਰਨ। ਜੋ ਕਿ ਸਮੇਂ ਦੌਰਾਨ ਪਹਿਲਾਂ ਧਰਮ ਦੀ ਲੋੜ ਹੈ, ਫਿਰ ਸ਼ਸਤਰਾਂ ਦੀ ਲੋੜ ਹੈ। ਸਿੱਖ ਦੇ ਕੋਲ ਦੋਵੇਂ ਚੀਜ਼ਾਂ, ਸਿੱਖ ਦੇ ਕੋਲ ਧਰਮ ਵੀ ਹੈ, ਸਿੱਖ ਦੇ ਕੋਲ ਸ਼ਸਤਰ ਵੀ ਹੈ। ਭਾਵੇਂ ਕਿ ਜਦੋਂ ਵੀ ਸਿੱਖ ਸ਼ਸਤਰਾਂ ਦੀ ਗੱਲ ਕਰਦੇ ਬੜੀਆਂ ਚੀਕਾਂ ਪੈਂਦੀਆਂ ਮਤਲਬ ਲੀਡਰਾਂ ਦੀਆਂ ਕਿਸੇ ਦੇ, ਕਿਉਂ ਉਹ ਚਾਹੁੰਦੇ ਨਹੀਂ ਵੀ ਸਿੱਖ ਦੇ ਹੱਥ ਚ ਆਵੇ। ਕਿਉਂਕਿ ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਕਿ ਸ਼ਸਤਰ ਦੇ ਅਧੀਨ ਹੀ ਰਾਜ ਹੁੰਦਾ ਹੈ। ਸਿੱਖ ਆਪਣਾ ਫਰਜ਼ ਸਾਰਾ ਕੁਝ ਜਾਣਦਾ ਹੈ। ਦੁਨੀਆ ਦੇ ਵਿੱਚ ਜਿਹੜੀ ਮੇਰੀ ਪੀਰੀ ਉਹ ਤੇ ਧਰਮ ਤੋਂ ਬਿਨਾਂ ਵਾਲੀ ਮੇਰੀ ਹੈ, ਤੇ ਤਾਂ ਹੀ ਲੋਕਾਂ ਤੇ ਜ਼ੁਲਮ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੜਾ ਵਿਲੱਖਣ ਜਿਹਾ ਕਾਰਜ ਹੈ, ਬੜਾ ਪਿਆਰਾ ਹੈ। ਇੱਥੇ ਧਰਮ ਵੀ ਹੈ, ਇੱਥੇ ਰਾਜ ਵੀ ਹੈ। ਜੀ ਅੰਤ ਦੇ ਉੱਤੇ ਵਿਸ਼ਵ ਭਰ ਦੇ ਵਿੱਚ ਵਸਦੀਆਂ ਸੰਗਤਾਂ ਤੇ ਖਾਸ ਤੌਰ ਤੇ ਜਿਹੜਾ ਯੂਥ ਹੈ ਅੱਜ ਮੇਰੀ ਪੀਰੀ ਦਿਹਾੜੇ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਅੱਜ ਦਾ ਜਿਹੜਾ ਯੂਥ ਹੈ ਨਾ, ਕਿਤੇ ਉਹ ਦੋ ਤਰੀਕਿਆਂ 'ਚ ਵੰਡਿਆ ਗਿਆ ਜੀ। ਇੱਕ ਤੋਂ ਉਹਨੇ ਜਿਹੜੇ ਕਹਿੰਦੇ ਵੀ ਸਾਡੇ ਕੋਲ ਹਥਿਆਰ ਹੋਣੇ ਚਾਹੀਦੇ ਆ ਤੇ ਅਸੀਂ ਜੋ ਮਰਜ਼ੀ ਕਰੀਏ, ਜਿਵੇਂ ਅੱਜ ਦੇ ਸਮੇਂ 'ਚ ਆਪਾਂ ਵੇਖਦੇ ਜੋ ਫੁਕਰਪੁਣੇ 'ਚ ਕਹਿ ਸਕਦੇ ਆ ਗੋਲੀਆਂ ਚਲਾਉਣੀਆਂ, ਹਥਿਆਰ ਨਹੀਂ, ਇਵੇਂ ਦੀ ਵੀ ਮੇਰੀ ਪੀਰੀ ਨਹੀਂ ਸਾਡੀ। ਇੱਕ ਉਹ ਜਿਹੜੀ ਉਸ ਗੱਲ ਤੋਂ ਬਾਗੀ ਹੋ ਗਏ ਵੀ ਨਾ ਹਥਿਆਰ ਨਹੀਂ ਚਾਹੀਦੇ। ਦੇਖੋ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਦੋਵੇਂ ਚੀਜ਼ਾਂ ਚਾਹੀਦੀਆਂ। ਉਹ ਕਿਸੇ ਗਰੀਬ ਦੀ ਰੱਖਿਆ ਵਾਸਤੇ ਚਾਹੀਦੇ ਆ, ਆਪਣੀ ਰੱਖਿਆ ਵਾਸਤੇ ਚਾਹੀਦੇ ਆ। ਇਸ ਕਰਕੇ ਆਪਾਂ ਅੱਜ ਦੇ ਸਮੇਂ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਮੈਂ ਬੇਨਤੀ ਹੋਈ ਕਰਾਂਗਾ ਵੀ ਤੁਸੀਂ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਨੂੰ ਪੜ੍ਹੀਏ, ਆਪਣੇ ਮਾਣਮੱਤੇ ਇਤਿਹਾਸ ਨੂੰ ਪੜ੍ਹੀਏ। ਫਿਰ ਸਾਨੂੰ ਸਾਡੇ ਇਤਿਹਾਸ ਦਾ ਪਤਾ ਲੱਗੇਗਾ, ਗੁਰਬਾਣੀ ਵਿਚਾਰਧਾਰਾ ਦਾ ਪਤਾ ਲੱਗੇਗਾ। ਤੇ ਫਿਰ ਸਾਡੇ ਕੋਲ ਜੇ ਇਹ ਸ਼ਸਤਰ ਹੋਣਗੇ ਫਿਰ ਅਸੀਂ ਕਿਵੇਂ ਗਰੀਬ ਗੁਰਦੇ ਦੀ ਰੱਖਿਆ ਕਰਨੀ। ਬਲਕਿ ਸਿੱਖ ਜਗਤ ਕਰਦਾ ਵੀ ਹੈ, ਕਿਤੇ ਦੂਰ ਦੁਰਾਡੇ ਕਿਤੇ ਲੋੜ ਪੈ ਜੇ, ਕੋਈ ਆਫਤ ਆ ਜੇ, ਕਿਵੇਂ ਸਿੱਖ ਅੱਗੇ ਵੱਧ ਕੇ ਕਰਦੇ ਆ, ਕਿਵੇਂ ਗੋਲੀਆਂ ਵਰਦੀਆਂ ਗੋਲੀਆਂ ਤੇ ਬੰਬਾਂ ਦੇ ਵਿੱਚ ਜਾ ਕੇ ਖਾਲਸਾ ਏਡ ਵਾਲੇ ਕਰਦੇ। ਕਹਿਣ ਦਾ ਭਾਵ ਵੀ ਉਹ ਸਿੱਖਾਂ ਦਾ ਬੜਾ ਨਿਵੇਕਲਾ ਇੱਕ ਸਿਧਾਂਤ ਹੈ। ਆਪਾਂ ਪਾਵਨ ਗੁਰਬਾਣੀ ਨੂੰ ਪੜ੍ਹ ਕੇ ਅੰਮ੍ਰਿਤ ਛਕ ਕੇ ਸਿੱਖ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਅਖਵਾਉਣ ਦਾ ਮਾਣ ਹਾਸਲ ਕਰ ਸਕੀਏ। ਜੀ ਬਿਲਕੁਲ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਅੱਜ ਮੇਰੀ ਪੀਰੀ ਦਿਵਸ ਦੇ ਮੌਕੇ ਦੇ ਉੱਤੇ ਸਮੁੱਚੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਸਿੱਖ ਚੈਨਲ ਦੇ ਰਾਹੀਂ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਰਾਹੀਂ ਇਤਿਹਾਸ ਦੇ ਨਾਲ ਜੋੜਿਆ ਅਤੇ ਬੜੀ ਹੀ ਵਿਲੱਖਣ ਅਤੇ ਵਿਸਥਾਰਤ ਜਾਣਕਾਰੀ ਜਿਹੜੀ ਆ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਇੱਥੇ ਭਾਈ ਸਾਹਿਬ ਦਾ ਧੰਨਵਾਦ ਕਰਦੇ ਹਾਂ। ਸਾਂਝੇ ਰੂਪ ਦੇ ਵਿੱਚ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।